ਲੋ ਸਾਡੀ ਫਿਰ ਲਾਈਨ ਮਿਲ ਗਈ ਇਸ ਵੇਲੇ ਯੂਕਰੇਨ ਦੇ ਸ਼ਹਿਰ ਕੀਵ ਦੇ ਵਿੱਚ ਔਰ ਇੱਥੋਂ ਸਾਡੇ ਨਾਲ ਕੁਲਦੀਪ ਕੁਮਾਰ ਹੋਰੀ ਜੁੜੇ ਹੈ ਔਰ ਇਹ ਤੁਹਾਨੂੰ ਪਤਾ ਰਾਜਧਾਨੀ ਵੀ ਹੈ ਯੂਕਰੇਨ ਦੀ ਕੀਵ ਬਹੁਤ ਵੱਡਾ ਸ਼ਹਿਰ ਹੈ ਉੱਥੋਂ ਦਾ ਲੇਕਿਨ ਇਸ ਵੇਲੇ ਕੀਵ ਬਹੁਤ ਹੀ ਖਤਰਨਾਕ ਹਾਲਾਤਾਂ ਜੋ ਗੁਜ਼ਰ ਰਿਹਾ ਹੈ ਰਾਦਰ ਸਾਰਾ ਯੂਕਰੇਨ ਹੀ ਗੱਲ ਕਰ ਲਈਏ ਖਾਰਕੀਵ ਦੀ ਗੱਲ ਕਰ ਲਈਏ ਜਿੰਨੇ ਵੀ ਓਡੇਸਾ ਜਿੰਨੇ ਵੀ ਇਹਨਾਂ ਦੇ ਸ਼ਹਿਰ ਹੈ ਇਸ ਵੇਲੇ ਉਹਨਾਂ 'ਤੇ ਬੰਬਾਰੀ ਲਗਾਤਾਰ ਜਾਰੀ ਹੈ ਔਰ ਯੂਕਰੇਨ ਔਰ ਰਸ਼ੀਆ ਦਾ ਜਿਹੜਾ ਕਨਫਲਿਕਟ ਹੈ ਉਹ ਇੰਨਾ ਖਤਰਨਾਕ ਦੌਰ 'ਚ ਪਹੁੰਚ ਗਿਆ ਕਿ ਹੁਣ ਇਸ ਦੇ ਰੁਕਣ ਦੇ ਕਿ ਕੋਈ ਅਸਾਰ ਹਜੇ ਨਜ਼ਰ ਨਹੀਂ ਆ ਰਹੇ ਹਾਲਾਂਕਿ ਰਸ਼ੀਆ ਨੇ ਕਿਹਾ ਸੀ ਕਿ ਅਸੀਂ ਸੀਜ਼ ਫਾਇਰ ਕਰ ਦਿਆਂਗੇ ਲੋਕਾਂ ਨੂੰ ਆਪੋ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਸੇਫ ਪੈਸੇਜ ਦੇ ਦਿਆਂਗੇ ਪਰ ਉਸ ਦੇ ਉਲਟ ਹੋਇਆ ਫਿਰ ਇਹ ਹੈ ਕਿ ਦੁਬਾਰਾ ਤੋਂ ਇਹ ਬੰਬਾਰਡਮੈਂਟ ਇਹ ਸ਼ੈਲਿੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਤਾਂ ਮੇਰੇ ਨਾਲ ਕੁਲਦੀਪ ਹੋਰੀ ਲਾਈਨ 'ਤੇ ਨੇ ਇਸ ਵੇਲੇ ਦੇਖਦੇ ਹਾਂ ਕੀ ਸਿਚੁਏਸ਼ਨ ਹੈ ਇਸ ਵੇਲੇ ਕੀਵ ਦੇ ਵਿੱਚ ਕੁਲਦੀਪ ਜੀ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਜੀ ਤੁਸੀਂ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ ਯੂਕਰੇਨ ਦੇ ਵਿੱਚ 26 ਸਾਲਾਂ ਤੋਂ ਜੀ 26 ਸਾਲ ਪਹਿਲਾਂ ਤੁਸੀਂ ਇੱਥੇ ਆਏ ਸੀ ਔਰ ਮੈਨੂੰ ਲੱਗਦਾ ਉਸ ਵੇਲੇ ਤੇ ਬਹੁਤ ਘੱਟ ਗਿਣਤੀ ਹੋਣੀ ਹੋਏਗੀ ਆਪਣੇ ਪੰਜਾਬੀਆਂ ਦੀ ਭਾਰਤੀ ਲੋਕਾਂ ਦੀ ਬਿਲਕੁਲ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਜੀ ਬਿਲਕੁਲ ਸੋ ਉਸ ਵੇਲੇ ਕਿੰਨੀ ਕੁ ਆਬਾਦੀ ਸੀ ਸਾਰੇ ਮੁਲਕ 'ਚ ਜਾਂ ਫਿਰ ਤੁਸੀਂ ਸਿੱਧਾ ਕੀਵ 'ਚ ਹੀ ਆਏ ਸੀ ਸਭ ਤੋਂ ਪਹਿਲਾਂ ਦੇਖੋ ਜੀ ਮੁਲਕ ਦੀ ਆਬਾਦੀ ਤੇ ਜ਼ਿਆਦਾ ਸੀ ਕਿਉਂਕਿ ਪਾਰਟੀਸ਼ਨ ਜਿਹੜਾ ਇਹ ਕ੍ਰੀਮੀਆ ਨਿਕਲ ਗਿਆ ਤੇ ਆਬਾਦੀ ਘੱਟ ਰਹਿ ਗਈ ਹਾਂ ਕਿਉਂਕਿ ਲਾਸਟ ਵਾਰੀ ਜਦੋਂ 2014 'ਚ ਰੈਵੋਲੂਸ਼ਨ ਹੋਇਆ ਸੀ ਤਾਂ ਕ੍ਰੀਮੀਆ ਚਲਾ ਗਿਆ ਸੀ ਤੇ 10 ਲੱਖ ਲੋਕ ਤਾਂ 10 ਮਿਲੀਅਨ ਦੇ ਕਰੀਬ ਮੇਰੇ ਖਿਆਲ ਨਾਲ 8 ਤੋਂ 10 ਮਿਲੀਅਨ ਉਹ ਜਿਹੜੇ ਸਾਈਡ ਇਹਨਾਂ ਨੇ ਲੈ ਲਈ ਸੀ ਉਧਰ ਚਲੇ ਗਏ ਸੀ ਤੇ ਹੁਣ ਹੈਗੀ 38-40 ਮਿਲੀਅਨ ਦੇ ਲਾਗੇ ਤਾਗੇ ਹੈਗੀ ਜੀ ਤੇ ਉਹਦੇ 'ਚ ਆਪਣੇ ਜਦੋਂ ਤੁਸੀਂ ਆਏ ਸੀ 26 ਸਾਲ ਪਹਿਲਾਂ ਇੱਥੇ ਉਦੋਂ ਭਾਰਤੀ ਮੂਲ ਦੇ ਕਿੰਨੇ ਕੁ ਲੋਕ ਸੀ ਟੋਟਲ ਕੋਈ ਆਈਡੀਆ ਹੈ ਦੇਖੋ ਜਦੋਂ ਮੈਂ ਆਇਆ ਸੀਗਾ ਸੀ ਤਾਂ ਘੱਟ ਹੀ ਲੋਕ ਸੀ ਹੁਣ ਸਟੂਡੈਂਟ ਜਿਹੜਾ ਜ਼ਿਆਦਾ ਵੱਧ ਗਿਆ ਸੀ ਇੱਧਰ 20,000 ਸਟੂਡੈਂਟ ਹੈਗਾ ਸੀ ਤੇ ਮੈਂ ਯੂਕਰੇਨੀ ਸਟੂਡੈਂਟ ਤੇ ਕੀ ਵੀ ਤਕਰੀਬਨ 100 ਫੈਮਲੀਆਂ ਹੈ 100-150 ਫੈਮਲੀਆਂ ਜੀ ਤਾਂ ਟੋਟਲ ਕਿਹਾ ਜਾਂਦਾ ਕਿ 35 ਤੋਂ 40 ਹਜ਼ਾਰ ਲੋਕ ਸੀ ਇੰਡੀਅਨ ਭਾਰਤੀ ਮੂਲ ਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਗੱਲ ਹੈ ਪੂਰੇ ਮੁਲਕ ਦੇ ਵਿੱਚ ਤੁਸੀਂ ਕੀ ਕਾਰੋਬਾਰ ਕਰਦੇ ਹੋ ਇੱਥੇ ਹੁਣ ਕੀਵ ਦੇ ਵਿੱਚ ਭਾਈ ਸਾਹਿਬ ਮੇਰਾ ਕੰਸਟਰਕਸ਼ਨ ਦਾ ਕੰਮ ਹੈਗਾ ਮੇਰਾ ਕਲੀਨਿਕ ਹੈਗਾ ਤੇ ਨਾਲ ਰੈਸਟੋਰੈਂਟ ਹੈਗਾ ਮੇਰਾ ਇੱਥੇ ਸੋ ਰੈਸਟੋਰੈਂਟ ਵੀ ਚਲਾ ਰਹੇ ਹੋ ਆਪਣਾ ਇੰਡੀਅਨ ਰੈਸਟੋਰੈਂਟ ਹੈ ਇੰਡੀਅਨ ਰੈਸਟੋਰੈਂਟ ਹਾਂਜੀ ਨਿਊ ਬੰਬੇ ਪੈਲੇਸ ਦੇ ਨਾਮ ਤੋਂ ਨਿਊ ਬੰਬੇ ਪੈਲੇਸ ਦੇ ਨਾਮ ਤੇ ਠੀਕ ਹੈ ਔਰ ਜੋ ਇਹ ਹਾਲਾਤ ਪੈਦਾ ਹੋਏ ਹੈ ਜਿਹੜੇ ਤੇ ਬੱਚੇ ਬਾਹਰੋਂ ਆਏ ਸੀ ਪੜ੍ਹਨ ਵਾਸਤੇ ਉਹ ਤੇ ਵਾਪਸ ਚਲੇ ਗਏ ਹੈ ਲੇਕਿਨ ਤੁਸੀਂ ਲੋਕ ਜਿਨ੍ਹਾਂ ਨੇ 26 ਸਾਲ ਜ਼ਿੰਦਗੀ ਦੇ ਦਿੱਤੇ ਇਸ ਮੁਲਕ ਨੂੰ ਇੱਥੇ ਕਾਰੋਬਾਰ ਕੀਤਾ ਤੁਹਾਡੇ ਲਈ ਤਾਂ ਮੁਲਕ ਛੱਡ ਕੇ ਜਾਣਾ ਬੜਾ ਔਖਾ ਹੋਏਗਾ ਹਾਂਜੀ ਬਿਲਕੁਲ ਮੁਲਕ ਛੱਡ ਕੇ ਜਾਣਾ ਔਖਾ ਹੀ ਕੋਈ ਵੀ ਮੁਲਕ ਹੋਵੇ ਛੱਡ ਕੇ ਜਾਣਾ ਔਖਾ ਹੀ ਹੈਗਾ ਲੋਕੀ ਚਲੇ ਗਏ ਨੇ ਜਿਹੜੇ ਕੰਮ ਕਰ ਰਹੇ ਸੀ ਕੰਮ ਤੇ ਇਸ ਸਮੇਂ ਠੱਪੇ ਹੋਏ ਨੇ ਕਿਉਂਕਿ ਵਾਰ ਚੱਲ ਰਿਹਾ ਹੈਗਾ ਔਰ ਚੰਗਾ ਮਤਲਬ ਛੋਟਾ ਵਾਰ ਨਹੀਂ ਚੱਲ ਰਿਹਾ ਇਸ ਸਮੇਂ ਚੰਗਾ ਵਾਰ ਚੱਲ ਰਿਹਾ ਹੈਗਾ ਜੀ ਤਾਂ ਤੁਹਾਨੂੰ ਦੱਸੋ ਕੁਲਦੀਪ ਜੀ ਇਸ ਵੇਲੇ ਕੀਵ ਦੀ ਕੀ ਸਿਚੁਏਸ਼ਨ ਹੈ ਕਿਉਂਕਿ ਰਸ਼ੀਅਨ ਫੌਜਾਂ ਜਿਹੜੀਆਂ ਉਹ ਸਭ ਤੋਂ ਵੱਡਾ ਨਿਸ਼ਾਨਾ ਕੀਵ ਹੀ ਸੀ ਉਹਨਾਂ ਦਾ ਕਿਉਂਕਿ ਰਾਜਧਾਨੀ ਹੈ ਮੁਲਕ ਦੀ ਤੇ ਉਹ ਚਾਹੁੰਦੇ ਆ ਕਿ ਕੀਵ ਤੇ ਵੀ ਕਬਜ਼ਾ ਕਰ ਲਈਏ ਤੇ ਫਿਰ ਉਹ ਇਹ ਕਹਿ ਰਿਹਾ ਪੁਤਿਨ ਕਿ ਤੁਸੀਂ ਸਰੈਂਡਰ ਕਰੋ ਸਰੈਂਡਰ ਭਾਈ ਸਾਹਿਬ ਕੋਈ ਵੀ ਇੱਥੇ ਦਾ ਬੰਦਾ ਕਰਨ ਨੂੰ ਤਿਆਰ ਨਹੀਂ ਗਾ ਇਹ ਲੜਨ ਵਾਸਤੇ ਤਿਆਰ ਬੈਠੇ ਹੋਏ ਨੇ ਕਹਿੰਦੇ ਨੇ ਅਸੀਂ ਆਪਣੀ ਜ਼ਮੀਨ ਤੁਹਾਨੂੰ ਕਿਉਂ ਦਈਏ ਅਸੀਂ ਤੁਹਾਡੀ ਜ਼ਮੀਨ ਤੇ ਨਹੀਂ ਆਏ ਤੁਸੀਂ ਸਾਡੀ ਜ਼ਮੀਨ ਤੇ ਆਏ ਸਾਡੀ ਮਾਤਰ ਭੂਮੀ ਦੇ ਉੱਪਰ ਆਏ ਹੋ ਤੁਸੀਂ ਅਸੀਂ ਲੜਾਂਗੇ ਮਾਰ ਜਾਵਾਂਗੇ ਪਰ ਸਰੈਂਡਰ ਨਹੀਂ ਕਰਾਂਗੇ ਅਸੀਂ ਆਤਮ ਸਮਰਪਣ ਨਹੀਂ ਕਰਾਂਗੇ ਜੀ ਪਰ ਰਸ਼ੀਆ ਲੋਕਲ ਲੋਕ ਵੀ ਈਵਨ ਸਿਵਿਲੀਅਨਸ ਵੀ ਲੜਨ ਨੂੰ ਤਿਆਰ ਬੈਠੇ ਹੋਏ ਨੇ ਤੇ ਇਹੋ ਜਿਹਾ ਨਹੀਂ ਹੋਏਗਾ ਕਿ ਜੀ ਹਥਿਆਰ ਸੁੱਟਣ ਇਹ ਨਹੀਂ ਹੋਊਗਾ ਅੱਛਾ ਜਿਹੜੇ ਰਸ਼ੀਆ ਹੈ ਐਡਾ ਵੱਡਾ ਤਾਕਤਵਰ ਮੁਲਕ ਹੈ ਬਹੁਤ ਸਾਰਾ ਉਹਨਾਂ ਦੇ ਕੋਲ ਅਸਲਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਯੂਕਰੇਨ ਨੂੰ ਬਾਹਰੋਂ ਤੇ ਮਦਦ ਆ ਨਹੀਂ ਰਹੀ ਜਿਹੜੀ ਆਣੀ ਚਾਹੀਦੀ ਸੀ ਕੋਈ ਨੈਟੋ ਕੰਟਰੀਜ਼ ਅਮਰੀਕਾ ਕੋਈ ਮਦਦ ਨਹੀਂ ਕਰ ਰਿਹਾ ਤਾਂ ਆਪਣੇ ਬਲਬੂਤੇ ਤੇ ਯੂਕਰੇਨ ਕਿੰਨੀ ਕੁ ਦੇਰ ਲੜ ਲਏਗਾ ਭਾਈ ਸਾਹਿਬ ਦੇਖੋ 12 ਦਿਨ ਤੇ ਹੋ ਗਏ ਨੇ ਕਿ ਲੜਦੇ ਹੋਏ ਔਰ ਲੜੀ ਜਾ ਰਹੇ ਨੇ ਉਹ ਬੰਦੇ ਮਤਲਬ ਉਹਨਾਂ ਦਾ ਜਜ਼ਬਾ ਇਹੋ ਜਿਹਾ ਹੈਗਾ ਜੀ ਕਹਿੰਦੇ ਅਸੀਂ ਤੇ ਹਥਿਆਰ ਕੀ ਅਸੀਂ ਹੱਥਾਂ ਨਾਲ ਹੀ ਲੜਾਂਗੇ ਉਹਨਾਂ ਨੂੰ ਲੜਨਾ ਪਿਆ ਤੇ ਨਹੀਂ ਦੋਗੇ ਹਥਿਆਰ ਦੇਖੋ ਨਾਟੋ ਨੇ ਤੇ ਅਮਰੀਕਾ ਨੇ ਸਟਾਰਟ ਜਦੋਂ ਹੋਇਆ ਸੀ ਤੇ ਨਾਲ ਖੜੇ ਹੋਏ ਸੀਗੇ ਸੀ ਅੱਜ ਉਹ ਦੋਨੋਂ ਜਣੇ ਨਾਲ ਨਹੀਂ ਹੈਗੇ ਨਾ ਯੂਰਪ ਤੇ ਨਾਟੋ ਤੇ ਬੜੀ ਮਦਦ ਦੀ ਲੋੜ ਹੈ ਯੂਕਰੇਨ ਨੂੰ
ਚਾਹੇ ਉਹ ਮਦਦ ਵੈਪਨ ਨਾਲ ਕਰਨ, ਚਾਹੇ ਬਹਿ ਕੇ ਇਹਨਾਂ ਦੀ ਸੁਲਾਹ ਕਰਾਉਣ ਜੀ। ਸੁਲਾਹ ਵੈਪਨ ਤੇ ਦੇਖੋ ਫਿਰ ਵੀ ਲੋਕਾਂ ਨੂੰ ਮਾਰਦੇ ਹੀ ਨੇ, ਚਾਹੇ ਉਧਰ ਦੇ ਹੋਣ ਚਾਹੇ ਇੱਧਰ ਦੇ। ਅਗਰ ਇਹਨਾਂ ਦੀ ਆਪਸ ਵਿੱਚ ਸੁਲਾਹ ਹੋ ਜਾਵੇ, ਬੈਠ ਕੇ ਕੁਛ ਲੋਕ ਮਤਲਬ ਦੂਸਰੀ ਕੰਟਰੀ ਜਿਹੜੀਆਂ ਹੈਗੇ ਨੇ ਬੈਠ ਕੇ ਸੁਲਾਹ ਕਰਦੇ ਤੇ ਇਹ ਸਭ ਤੋਂ ਵਧੀਆ ਰਹੇਗਾ। ਨਾ ਉਧਰ ਦਾ ਨੁਕਸਾਨ ਹੋਏਗਾ ਤੇ ਨਾ ਇੱਧਰ ਦਾ ਜੀ। ਲੇਕਿਨ ਜਿਹੜਾ ਰਸ਼ੀਆ ਹੈ ਉਹਨੂੰ ਗੁੱਸਾ ਇਸ ਗੱਲ ਦਾ ਕਿ ਨੈਟੋ ਦੇ ਨਾਲ ਕਿਉਂ ਜਾ ਰਿਹਾ ਸੀ ਯੂਕਰੇਨ, ਜਾਂ ਹੋਰ ਵੀ ਕੋਈ ਗੱਲ ਸੀ ਇਸ ਤੋਂ ਇਲਾਵਾ ਵੀ? ਦੇਖੋ ਜੀ, ਨਾਟੋ ਨਾਲ ਜਾ ਰਿਹਾ ਸੀਗਾ ਸੀ, ਇਹੋ ਜਿਹਾ ਨਹੀਂ ਸੀ। 2014 ਵਿੱਚ ਵੀ ਇਹਨਾਂ ਨੇ ਕਿਹਾ ਸੀ ਨਾਟੋ ਜਾਣ ਨੂੰ ਇਹ ਲੋਕ ਤਿਆਰ ਨਹੀਂ ਸੀਗੇ ਸੀ। ਲੇਕਿਨ ਜਦੋਂ ਤੁਸੀਂ ਕੋਈ ਹੈਲਪ ਹੀ ਨਹੀਂ ਕਰੋਗੇ ਕਿਧਰੋਂ, ਤੇ ਦੇਖੋ ਬੰਦੇ ਨੂੰ ਕੁਝ ਤੇ ਪਾਰਟਨਰ, ਕੁਝ ਤੇ ਸਹਿਯੋਗੀ ਚਾਹੀਦੇ ਨੇ, ਤੇ ਇਹ ਬੈਠ ਕੇ ਗੱਲ ਦਾ ਫੈਸਲਾ ਹੋ ਸਕਦਾ ਸੀ। ਇਹਦੇ ਵਾਸਤੇ ਇੰਨੀ ਲੰਬੀ ਲੜਾਈ ਜਿਹਦੇ ਵਿੱਚ ਲੱਖੋਂ ਬੰਦਾ ਮਰੇ, ਇਹ ਨਹੀਂ ਪਤਾ ਹੁੰਦਾ ਕਿ ਸਵੇਰੇ ਉੱਠਾਂਗੇ ਜਾਂ ਨਹੀਂ ਉੱਠਾਂਗੇ। ਅਸੀਂ ਇੱਕ ਵਾਰ ਬੈਠ ਕੇ ਇੰਨੇ ਵੱਡੇ ਵੱਡੇ ਨੇਤਾ, ਇੰਨੇ ਵੱਡੇ ਵੱਡੇ ਕੰਟਰੀਆਂ ਦੇ ਬੈਠੇ ਹੋਏ ਨੇ, ਕੋਈ ਬੈਠ ਕੇ ਸੁਲਾਹ ਨਾ ਕਰ ਸਕੇ, ਮੈਨੂੰ ਨਹੀਂ ਲੱਗਦਾ ਇਹੋ ਜਿਹਾ ਨਹੀਂ ਹੋ ਸਕਦਾ। ਇਹ ਕਿਉਂ ਇਸ ਤਰ੍ਹਾਂ ਚੱਲ ਰਿਹਾ ਹੈਗਾ? ਸੁਲਾਹ ਤੇ ਮਤਲਬ ਆਖਰੀ ਫੈਸਲਾ ਤੇ ਸੁਲਾਹ ਹੀ ਹੈਗੀ ਹੈ, ਅੱਜ ਨਹੀਂ ਤੇ ਕੱਲ ਹੋਏਗੀ, ਕੱਲ ਨਹੀਂ ਤੇ ਪਰਸੋਂ। ਲੇਕਿਨ ਜਿੰਨੀ ਜਲਦੀ ਹੋਏਗੀ ਉਹਨਾਂ ਨੁਕਸਾਨ ਦੋਨੋਂ ਕੰਟਰੀਆਂ ਦਾ ਘੱਟ ਹੋਊਗਾ, ਦੋਨੋਂ ਦੇਸ਼ਾਂ ਦਾ ਉਹਨਾਂ ਨੁਕਸਾਨ ਘੱਟ ਹੋਊਗਾ। ਅੱਛਾ, ਸਾਨੂੰ ਜਿੰਨੇ ਕਿੱਥੇ ਨਜ਼ਰ ਆ ਰਹੇ ਆ ਮੰਜ਼ਰ, ਵੀਡੀਓਜ਼ ਆਉਂਦੀਆਂ ਪਈਆਂ ਬਹੁਤ ਤੁਹਾਡੇ ਉੱਥੋਂ, ਹਰ ਤਰ੍ਹਾਂ ਦੀਆਂ ਜਾਣਕਾਰੀ ਜਿਹੜੀ ਆ ਰਹੀ ਹੈ, ਫੋਟੋਜ਼ ਆ ਰਹੀਆਂ, ਉਹਨਾਂ 'ਚ ਲੱਗਦਾ ਪਿਆ ਕਿ ਬਹੁਤ ਵੱਡੇ ਪੱਧਰ 'ਤੇ ਤੁਹਾਡੀਆਂ ਬਿਲਡਿੰਗਾਂ, ਬਹੁਤ ਸਾਰੀ ਤਬਾਹੀ ਹੋ ਰਹੀ ਹੈ। ਪਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਨਾ ਲੋਕਾਂ 'ਚ ਜਜ਼ਬਾ ਬਹੁਤ ਜ਼ਿਆਦਾ ਹੈ, ਤਾਂ ਨਿਸ਼ਚਿਤ ਹੈ ਕਿ ਰਸ਼ੀਆ ਦਾ ਵੀ ਨੁਕਸਾਨ ਤੇ ਬਹੁਤ ਹੋ ਰਿਹਾ ਹੋਵੇਗਾ, ਫੌਜ ਦਾ। ਬਿਲਕੁਲ ਜੀ, ਰਸ਼ੀਆ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਤੇ ਸਾਡਾ ਵੀ ਬਹੁਤ ਨੁਕਸਾਨ ਹੋ ਰਿਹਾ। ਦੇਖੋ ਹਲੇ 12 ਦਿਨ ਦੀ ਲੜਾਈ 'ਚ ਕਬਜ਼ਾ ਜਿਹੜਾ ਹੈ, ਕਬਜ਼ਾ ਨਹੀਂ ਹੋਇਆ ਕਿੱਧਰ, ਨਾ ਖਾਰਕਵ 'ਚ ਹੋਇਆ। ਇੱਕ ਛੋਟੀ ਜਿਹੀ ਜਗ੍ਹਾ ਖਰਸੋਨ 'ਚ ਹੈਗੀ ਹੈ ਜਿੱਧਰ ਕਬਜ਼ਾ ਇਹਨਾਂ ਨੇ ਕੀਤਾ ਹੈਗਾ, ਲੇਕਿਨ ਬਾਕੀ ਕਿਸੇ ਜਗ੍ਹਾ ਤੇ ਕਬਜ਼ਾ ਨਹੀਂ ਹੋਇਆ। ਨੁਕਸਾਨ ਕੀਤਾ ਹੈ, ਕਬਜ਼ਾ ਨਹੀਂ ਹੋਇਆ। ਕਬਜ਼ਾ ਨਾ ਕਰ ਪਾਉਣਾ 12 ਦਿਨ 'ਚ ਰਸ਼ੀਆ ਦੀ ਕੰਟਰੀ ਵਾਸਤੇ, ਅਸੀਂ ਤੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਉਹਨਾਂ ਦੇ, ਵਲਾਦੀਮੀਰ ਪੁਤਿਨ, ਉਹਨਾਂ ਨੂੰ ਰਿਕੁਐਸਟ ਹੀ ਕਰ ਸਕਦੇ ਨੇ ਲੋਕੀ ਇੱਧਰ ਦਾ ਜਿਹੜਾ ਸਿਵਿਲੀਅਨ ਜਿਹੜੇ ਇੱਧਰ ਦੇ ਰਹਿਣ ਵਾਲੇ ਹੈਗੇ ਨੇ ਯੂਕਰੇਨੀਅਨ ਲੋਕੀ, ਕਿ ਬਈ ਕਿਸੇ ਤਰੀਕੇ ਬੈਠ ਕੇ ਗੱਲ ਨੂੰ ਖਤਮ ਕੀਤੀ ਜਾਏ। ਲੋਕੀ ਆਪਣੇ ਬੱਚੇ ਉਹਨਾਂ ਦੇ ਮਰ ਰਹੇ ਨੇ, ਲੋਕੀ ਮਾਂ ਪਿਓ ਮਰ ਰਹੇ ਨੇ, ਕਿਸੇ ਦਾ ਪੁੱਤਰ ਕਿਸੇ ਦਾ ਭਰਾ, ਤੇ ਨੁਕਸਾਨ ਜਿਹੜਾ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ। ਸਿਵਿਲੀਅਨਸ ਉੱਪਰ ਵੀ ਗੋਲੀਬਾਰੀ ਹੋ ਰਹੀ ਹੈ, ਤੇ ਜਿੰਨਾ ਤੁਸੀਂ ਫੋਟੋਆਂ ਦੇਖਦੇ ਹੋ ਉਸ ਤੋਂ ਜ਼ਿਆਦਾ ਭਿਆਨਕ ਇੱਧਰ ਦਾ ਹਾਲ ਹੈਗਾ। ਤੇ ਰਿਕੁਐਸਟ ਹੈ ਪੂਰੀ, ਮਤਲਬ ਜਿੰਨੀ ਵੀ ਦੁਨੀਆ ਹੈਗੀ ਜਿਹੜਾ ਸੁਣ ਸਕਣ, ਹੈ ਕਿ ਕੋਸ਼ਿਸ਼ ਕੀਤੀ ਜਾਏ ਲੋਕੀ ਇਕੱਠੇ ਹੋ ਕੇ ਇਹਦੇ ਉੱਪਰ ਆਵਾਜ਼ ਚੁੱਕਣ ਕਿ ਲੜਾਈ ਜਿਹੜੀ ਹੈ ਬੰਦ ਹੋਵੇ, ਕੱਲ ਨੂੰ ਇਹ ਲੜਾਈ ਹੋਰ ਵੱਡਾ ਰੂਪ ਨਾਲ ਲਵੇ। ਜੋ ਕਹਿ ਰਿਹਾ ਹੈ ਰਸ਼ੀਆ ਦਾ ਫੋਰਨ ਮਿਨਿਸਟਰ ਵੀ ਬਾਰ-ਬਾਰ ਧਮਕੀਆਂ ਦੇ ਰਿਹਾ ਕਿ ਅਸੀਂ ਨਿਊਕਲੀਅਰ ਵਾਰ ਵੀ ਕਰ ਸਕਦੇ ਹਾਂ, ਔਰ ਪੁਤਿਨ ਵਰਗਾ ਬੰਦਾ ਜੋ ਕਿਹਾ ਜਾ ਰਿਹਾ ਕਿ ਉਹਦਾ ਕੋਈ ਭਰੋਸਾ ਵੀ ਕੋਈ ਨਹੀਂ ਕਿ ਜੇ ਕੱਲ ਨੂੰ ਕਿਤੇ ਨਿਊਕਲੀਅਰ ਵਾਰ ਨਾ ਸ਼ੁਰੂ ਕਰ ਦੇਵੇ, ਉਹ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਫਿਰ ਸਿਚੁਏਸ਼ਨ। ਕਿ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਡਰਾਵਾ ਹੈ ਹਜੇ ਸਿਰਫ ਤਾਂ ਕਿ ਬਾਕੀ ਕੰਟਰੀਆਂ ਨਾਲ ਨਾ ਆ ਜਾਣ ਯੂਕਰੇਨ ਦੇ, ਉਹਨਾਂ ਨੂੰ ਡਰਾ ਕੇ ਰੱਖਣ ਲਈ? ਦੇਖੋ ਜੀ, ਨਿਊਕਲੀਅਰ ਵਾਰ ਕਰਨਾ ਇੰਨਾ ਆਸਾਨ ਤੇ ਕੋਈ ਨਹੀਂ ਗਾ ਕਿ ਇਕੱਲੇ ਇੱਕ ਬੰਦੇ ਨੇ ਤੇ ਇਹਦੇ ਉੱਪਰ ਡਿਸੀਜ਼ਨ ਲੈਣਾ ਨਹੀਂ ਨਿਊਕਲੀਅਰ ਵਾਰ ਦਾ ਕਿ ਜੀ ਚਲੋ ਜੀ ਨਿਊਕਲੀਅਰ ਵਾਰ ਕਰ ਦੋ। ਤੇ ਮੈਨੂੰ ਨਿਊਕਲੀਅਰ ਵਾਰ ਜਿਹੜਾ ਹੈਗਾ ਉਹ ਮੈਨੂੰ ਨਹੀਂ ਲੱਗਦਾ ਕਿ ਨਿਊਕਲੀਅਰ ਵਾਰ ਵਾਲੀ ਕੋਈ ਗੱਲ ਹੈਗੀ। ਲੇਕਿਨ ਹੋ ਸਕਦਾ ਹੈ, ਕੁਝ ਵੀ ਕਰ ਸਕਦਾ ਹੈ। ਰਸ਼ੀਆ ਦੇਖੋ ਵੱਡੀ ਕੰਟਰੀ ਹੈ, ਅਮਰੀਕਾ ਦੀ ਨਹੀਂ ਸੁਣੀ ਤੇ ਆਪਣਾ ਯੂਰਪ ਦੀ ਨਹੀਂ ਸੁਣੀ, ਕਿਸੇ ਦੀ ਸੁਣਦੇ ਨਹੀਂ ਪਏ ਉਹ। ਮਤਲਬ ਅਮਰੀਕਾ ਜਿਹੜਾ ਆਪਣਾ ਲੈਵਲ, ਜਿਹੜੀ ਆਪਣੀ ਇਮੇਜ ਸੀ ਉਹ ਵੀ ਉਹਨੇ ਖੋਣੀ ਸ਼ੁਰੂ ਕਰਤੀ ਹੈ। ਪਹਿਲੇ ਕਹਿੰਦੇ ਸੀ ਜੀ ਸਾਰੇ ਫੈਸਲੇ ਜਿਹੜੇ ਨੇ ਅਮਰੀਕਾ ਬੈਠ ਕੇ ਕਰਾ ਸਕਦਾ ਹੈ। ਮਤਲਬ ਅਗਰ ਉਹ ਆਪਣੀ ਇਮੇਜ ਆਪਣੀ ਖੋ ਦੇਣਗੇ ਤੇ ਫਿਰ ਅੱਜ ਤੋਂ ਬਾਅਦ ਫਿਰ ਅਮਰੀਕਾ ਨੂੰ ਪੁੱਛਣਾ ਕਿਨੇ ਵਿੱਚ, ਜਿਸਦਾ ਦਿਲ ਕਰੂਗਾ ਜਿਹੜੀ ਮਰਜ਼ੀ ਕੰਟਰੀ ਦੇ ਉੱਪਰ ਬੰਬ ਸਿੱਟ ਦੂਗਾ, ਜਿਹੜੀ ਛੋਟੀ ਹੋਏਗੀ ਉਹਨੂੰ ਦਬਾਇਆ ਜਾਏਗਾ। ਅਮਰੀਕਾ ਨੂੰ ਆਪਣੀ ਪੂਰੀ ਇਮੇਜ ਜਿਹੜੀ ਅਫਗਾਨਿਸਤਾਨ ਤੋਂ ਉਧਰੋਂ ਹਟ ਗਏ ਨੇ ਲੋਕ, ਇਹਨਾਂ ਨੂੰ ਕੁਝ ਜਾਂ ਤੇ ਫਿਰ ਛੱਡ ਦੇਣ। ਭਾਈ ਇੱਕ ਜਿਹੜਾ ਹੈਡ ਆਫ ਦਾ ਫੈਮਿਲੀ ਹੁੰਦਾ ਇੱਧਰ ਤੇ ਹੈਡ ਹੈਗਾ ਨਾ, ਪੂਰੀ ਦੁਨੀਆ ਦੇ ਮੰਨੇ ਜਾਂਦੇ ਸੀਗੇ ਅਮਰੀਕਾ, ਤੇ ਧੀਰੇ ਧੀਰੇ ਕਰਕੇ ਤੇ ਇਮੇਜ ਖੋਈ ਜਾ ਰਹੀ ਹੈਗੀ ਹੈ। ਅਗਰ ਇੱਕ ਛੋਟੀ ਜੀ ਮਤਲਬ ਕੰਟਰੀ ਨਾਲ ਜਿਹੜਾ ਵਾਰ ਹੋ ਰਿਹਾ ਹੈ, ਇੰਨੀ ਵੱਡੀ ਕੰਟਰੀ ਕਰ ਰਹੀ, ਉਹਦਾ ਫੈਸਲਾ ਨਹੀਂ ਕਰ ਪਾਉਣਗੇ, ਨਹੀਂ ਕਰਵਾ ਪਾਉਣਗੇ, ਤੇ ਫਿਰ ਆਪਣੀ ਉਹਨਾਂ ਨੇ ਉਹ ਖੋ ਦੇਣੀ ਹੈਗੀ, ਆਪਣੀ ਇਮੇਜ ਉਹਨਾਂ ਨੇ ਖਤਮ ਕਰ ਲੈਣੀ ਹੈ। ਅੱਛਾ, ਜਿਹੜੇ ਇੰਨੇ ਮੁਲਕਾਂ ਨੇ ਸੈਂਕਸ਼ਨ ਲਗਾ ਦਿੱਤੀਆਂ, ਕੋਈ ਹਾਲਾਤ ਰਸ਼ੀਆ ਦੇ ਵੀ ਕੋਈ ਚੰਗੇ ਨਹੀਂ ਹੋਣ ਵਾਲੇ, ਉਹਨਾਂ ਦਾ ਬਿਜ਼ਨਸ ਠੱਪ ਹੋ ਜਾਏਗਾ, ਇੰਟਰਨੈਸ਼ਨਲ ਟ੍ਰੇਡ ਖਤਮ ਹੋ ਜਾਏਗਾ, ਇਕੋਨਮੀ ਉਹਨਾਂ ਦੀ ਤਬਾਹ ਹੋ ਜਾਏਗੀ, ਪਰ ਉਹ ਸਾਰਾ ਕੁਝ ਹੋਣ ਨੂੰ ਟਾਈਮ ਲੱਗੇਗਾ, ਔਰ ਜਦ ਤੱਕ ਯੂਕਰੇਨ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੋਵੇਗਾ। ਬਿਲਕੁਲ ਠੀਕ ਕਹਿ ਰਹੇ ਹੋ ਜੀ। ਕੱਲ ਨੂੰ ਅਗਰ ਉਹਨਾਂ ਨੂੰ ਇੰਨੀ ਸੈਂਕਸ਼ਨ ਜਿਹੜੀਆਂ ਲੱਗੀਆਂ ਜਾ ਰਹੀਆਂ ਨੇ, ਉਹਨਾਂ ਨੁਕਸਾਨ ਹੋ ਰਿਹਾ, ਦੇਖੋ ਬੈਠ ਕੇ ਅਗਰ ਫੈਸਲਾ ਕਰਾਂਗੇ ਉਹ ਜ਼ਿਆਦਾ ਵਧੀਆ ਰਹੂਗਾ। ਨੁਕਸਾਨ ਹੀ ਆਦਮੀ ਜਦੋਂ
ਆਪਣਾ ਆਪਾ ਖੋ ਦਿੰਦਾ ਬਈ ਜੋ ਹੁਣ ਮੇਰੇ ਕੁਝ ਰਿਹਾ ਹੀ ਕੁਛ ਨਹੀਂ, ਤੇ ਫਿਰ ਮੈਂ ਚਲੋ ਅੱਜ ਨੂੰ ਪਤਾ ਲੱਗੇ ਯੂਕਰੇਨ ਨੂੰ ਛੱਡ ਕੇ ਨਾਲ ਪੋਲੈਂਡ ਨੂੰ ਵੀ ਫੜ ਲਿਆ, ਦੂਜੀ ਕੰਟਰੀ ਵੀ ਯੂਰਪ ਦੀ ਕੋਈ ਫੜ ਲਈ ਕਿ ਬਈ ਜਦ ਮੇਰਾ ਕੁਝ ਬਚਿਆ ਨਹੀਂ ਮੈਂ ਦੂਜੇ ਦਾ ਕਿਉਂ ਰਹਿਣ ਦੇਵਾਂ। ਤੇ ਲੜਾਈ ਕਿਸੇ ਵੀ ਗੱਲ ਦਾ ਅੰਤ ਨਹੀਂ ਹੈ ਜੀ, ਲੜਾਈ ਨਹੀਂ, ਸਿਰਫ ਫੈਸਲਾ ਜਿਹੜਾ ਹੈਗਾ ਉਹਦੇ ਨਾਲ ਇਹ ਸਭ ਠੀਕ ਹੋ ਸਕਦਾ ਹੈ। ਸੈਂਕਸ਼ਨ ਤੇ ਦੇਖੋ ਕਿੰਨੀ ਸੈਂਕਸ਼ਨ ਲਗਾ ਦੋਗੇ ਬੰਦੇ ਦੇ ਉੱਪਰ, ਤੁਸੀਂ ਬਾਅਦ ਵਿੱਚ ਉਹਨੇ ਕਹਿਣਾ ਯਾਰ ਮੈਂ ਤੇ ਮਰਿਆ ਹੀ ਹੋਇਆ, ਹੁਣ ਮੈਂ ਦੂਜਿਆਂ ਨੂੰ ਕਿਉਂ ਜਿੰਦਾ ਰਹਿਣ ਦੇਵਾਂ। ਤੇ ਕੋਸ਼ਿਸ਼ ਕੀਤੀ ਜਾਏ, ਫੈਸਲਾ ਕੀਤਾ ਜਾਏ, ਬੈਠ ਕੇ ਇਹਨਾਂ ਦਾ ਕੰਪਰੋਮਾਈਜ਼ ਕਰਾ ਜਾਏ। ਸੈਂਕਸ਼ਨ ਜਿਹੜੀਆਂ ਪਹਿਲੇ ਤੁਸੀਂ ਕਿੰਨੇ ਟਾਈਮ ਤੋਂ ਲਾਈ ਜਾ ਰਹੇ ਹੋ, ਕਿ ਉਹਨਾਂ ਨੇ ਕੀ ਵਾਰ ਬੰਦ ਕੀਤਾ, ਕੁਝ ਕੀਤਾ ਜੀ ਭਾਈ, ਕੁਝ ਤੇ ਸੁਲਾਹ ਕਰਾਓ ਬੰਦਿਆਂ ਦੀ ਬੈਠ ਕੇ ਆਪਸ ਦੀ, ਮਤਲਬ ਮਿਊਚੁਅਲ ਅੰਡਰਸਟੈਂਡਿੰਗ ਕੁਝ ਹੋ ਜਾਏ ਕਿ ਇਹ ਵਾਰ ਜਿਹੜਾ ਹੈਗਾ ਰੁਕ ਜਾਏ ਜੀ। ਪਰ ਪੁਤਿਨ ਕਿਸੇ ਦੇ ਸੁਣਨ ਨੂੰ ਤਿਆਰ ਨਹੀਂ ਕੁਲਦੀਪ ਜੀ। ਉਹਨਾਂ ਨੇ ਰਸ਼ੀਆ ਦੇ ਜਿਹੜੇ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨਾਲ ਬਹੁਤ ਸਾਰੇ ਮੁਲਕਾਂ ਨੇ ਗੱਲ ਕੀਤੀ ਹੈ, ਬਾਈਡਨ ਨੇ ਵੀ ਕੀਤੀ ਹੈ, ਫ੍ਰੈਂਚ ਦੇ ਮੈਕਰੋਨ ਨੇ ਵੀ ਕੀਤੀ ਹੈ, ਸਭ ਕੋਸ਼ਿਸ਼ ਕਰ ਰਹੇ ਹੈ, ਪਰ ਉਹ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ। ਮੇਰੇ ਖਿਆਲ ਉਹਦੀ ਰੱਟ ਇੱਕੋ ਹੀ ਹੈ ਕਿ ਇਹ ਨਾਟੋ ਤੋਂ ਅਲੱਗ ਹੋਵੇ। ਇੱਕੋ ਮੇਰੇ ਖਿਆਲ ਇਹ ਕਹਿ ਰਿਹਾ ਕਿ ਤੁਹਾਡੇ ਕੁਝ ਜਿਹੜੇ ਇਲਾਕੇ ਹੈ ਉਹ ਬਾਗੀ ਹੋਣਾ ਚਾਹੁੰਦੇ ਆ, ਵੱਖਰਾ ਹੋਣਾ ਚਾਹੁੰਦੇ ਯੂਕਰੇਨ ਤੋਂ, ਮੈਂ ਉਹਨਾਂ ਨੂੰ ਵੀ ਵੱਖ ਕਰਕੇ ਰਵਾਂਗਾ। ਸੋ ਇਹ ਦੋ ਤਿੰਨ ਗੱਲਾਂ ਤੇ ਅੜਿਆ ਹੋਇਆ ਪੁਤਿਨ। ਦੇਖੋ ਭਾਈ ਸਾਹਿਬ ਗੱਲ ਠੀਕ ਹੈ, ਲੇਕਿਨ ਇੱਕ ਵਾਰ ਇਹਨਾਂ ਨੂੰ ਇਕੱਠੇ ਬਿਠਾ ਦਿੱਤਾ ਜਾਏ ਦੋਨਾਂ ਨੂੰ, ਇਹ ਕੋਈ ਮੀਡੀਏਟਰ ਹੋਵੇ ਜਿਹੜਾ ਇਕੱਠਾ ਬਿਠਾ ਸਕੇ ਇਹਨਾਂ ਨੂੰ, ਤੇ ਚਾਰ ਬੰਦੇ ਜਦੋਂ ਆਪਸ ਵਿੱਚ ਬੈਠਣਗੇ ਕੋਈ ਨਾ ਕੋਈ ਹੱਲ ਨਿਕਲੂਗਾ। ਹੱਲੇ ਸਿਰਫ ਇਹ ਮੀਡੀਏਟਰ ਅਸੀਂ ਗੱਲਾਂ ਕਰੀ ਜਾ ਰਹੇ ਨੇ, ਮੀਡੀਏਟਰ ਜਦੋਂ ਅਸੀਂ ਇਕੱਠੇ ਬਹਿ ਜਾਣਗੇ ਦੋਨੋਂ ਦੇਸ਼ ਦੇ ਪ੍ਰੈਜ਼ੀਡੈਂਟ ਜਦੋਂ ਬਹਿ ਜਾਣਗੇ ਇਹਦਾ ਸੋਲੂਸ਼ਨ ਨਿਕਲੇਗਾ। ਇਹੋ ਜਿਹਾ ਕੋਈ ਵੀ ਲੜਾਈ ਹੈ, ਇਹੋ ਜਿਹਾ ਕੋਈ ਮਾਮਲਾ ਨਹੀਂ ਹੈ ਜਿਹਦਾ ਕੋਈ ਹੱਲ ਨਾ ਨਿਕਲ ਸਕੇ ਜੀ। ਅੱਛਾ, ਦੋ ਗੱਲਾਂ ਸਾਨੂੰ ਦੱਸੋ ਹੋਰ। ਪਹਿਲਾਂ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਨਾਲ ਇੰਨੀ ਦੂਰੋਂ ਬੈਠੇ ਸਾਰੀ ਸਾਨੂੰ ਜਾਣਕਾਰੀ ਉੱਥੋਂ ਦੀ ਲੋਕਲ ਦੇ ਰਹੇ ਹੋ। ਇੱਕ ਤਾਂ ਯੂਕਰੇਨ ਨੇ ਜਿਹੜੇ ਆਪਣੇ ਨਿਊਕਲੀਅਰ ਹਥਿਆਰ ਖਤਮ ਕਰ ਦਿੱਤੇ ਸੀ ਜਦੋਂ ਵੱਖ ਹੋਇਆ ਰਸ਼ੀਆ ਤੋਂ, ਔਰ ਇਹਨਾਂ ਦੀ ਅਸ਼ੋਰੈਂਸ ਤੇ ਬੰਦ ਕੀਤੇ ਸੀ ਅਮਰੀਕਾ, ਯੂਕੇ, ਰਸ਼ੀਆ ਦੀ। ਕੀ ਪਛਤਾਵਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਾਸ਼ ਸਾਡੇ ਕੋਲ ਅੱਜ ਨਿਊਕਲੀਅਰ ਹਥਿਆਰ ਹੁੰਦੇ ਤੇ ਅਸੀਂ ਆਹ ਦਿਨ ਨਾ ਦੇਖਦੇ? ਹਾਂਜੀ ਹਾਂਜੀ ਬਿਲਕੁਲ, ਮਤਲਬ ਅਪੀਲ ਤੇ ਕਰ ਹੀ ਰਹੇ ਨੇ ਕਿ ਇਹ ਹੋਣਾ ਚਾਹੀਦਾ ਸੀ, ਇਸ ਤੇ ਲੜਾਈ ਹੋਣੀ ਨਹੀਂ ਸੀ, ਇੰਨੀ ਵੱਡੀ ਹੈ, ਤੇ ਇਸ ਕਰਕੇ ਅਪੀਲ ਤੇ ਕਰ ਹੀ ਰਹੇ ਨੇ ਜੀ। ਉਸ ਸਮੇਂ ਜਦੋਂ ਇਹਨਾਂ ਨੇ ਦੇ ਦਿੱਤਾ ਸੀ ਅਮਰੀਕਾ ਤੇ ਰਸ਼ੀਆ ਦੇ ਅੱਗੇ ਸਰੈਂਡਰ ਕਰ ਦਿੱਤਾ ਸੀਗਾ ਸੀ ਉਹ ਵਾਲਾ, ਉਹ ਅੱਜ ਹੁੰਦੇ ਤੇ ਇਹ ਗੱਲ ਹੁੰਦੀ ਨਾ, ਇੰਨੀ ਲੰਬੀ ਲੜਾਈ ਹੁੰਦੀ ਨਾ। ਜੀ ਜੀ ਜੀ। ਹੁਣ ਦੱਸੋ ਕਿ ਤੁਸੀਂ ਲੋਕਲ ਉੱਥੇ ਬੈਠੇ ਹੋ, ਕੀਵ ਦੇ ਵਿੱਚ ਕੀ ਸਿਚੁਏਸ਼ਨ ਹੈ ਤੁਹਾਡੇ? ਕਿੰਨਾ ਕੁ ਡਰ ਹੈ ਲੋਕਾਂ ਦੇ ਮਨਾਂ 'ਚ? ਕਦੋਂ ਹਮਲਾ ਹੋ ਜਾਂਦਾ, ਅਚਾਨਕ ਸ਼ੈਲਿੰਗ ਸ਼ੁਰੂ ਹੋ ਜਾਂਦੀ ਹੈ? ਕਿੰਨੀਆਂ ਕੁ ਨੇੜੇ ਤੁਹਾਡੇ ਰਸ਼ੀਅਨ ਫੌਜਾਂ ਆ ਚੁੱਕੀਆਂ, ਸ਼ਹਿਰ ਦੇ ਵਿੱਚ ਵੜ ਚੁੱਕੀਆਂ, ਸ਼ਹਿਰ ਤੋਂ ਬਾਹਰ ਨਾ ਹਜੇ? ਸਿਚੁਏਸ਼ਨ ਐਕਚੁਅਲ ਹੈ ਕੀ? ਦੇਖੋ ਜੀ, ਸ਼ਹਿਰ ਦੇ ਬਾਹਰ ਹੈਗੀ, ਸ਼ਹਿਰ ਦੇ ਅੰਦਰ ਵੜੇ ਨਹੀਂਗੇ, ਲੇਕਿਨ ਜੋ ਇੰਟੈਲੀਜੈਂਸ ਦੀ ਰਿਪੋਰਟ ਦੇ ਮੁਤਾਬਿਕ ਇੱਧਰ ਅੰਦਰ ਵੀ ਲੋਕੀ ਹੈਗੇ ਨੇ, ਲੇਕਿਨ ਹੱਲੇ ਸ਼ਹਿਰ ਤੋਂ ਬਾਹਰ ਜਿਹੜਾ ਹੈਗਾ ਜ਼ਿਆਦਾ ਲੜਾਈ ਸ਼ਹਿਰ ਤੋਂ ਬਾਹਰ ਹੈਗੀ ਹੈ। ਇੱਧਰੋਂ 30 ਕਿਲੋਮੀਟਰ ਹੈਗੀ ਹੈ, ਲੇਕਿਨ ਉਹ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜ਼ਬਰਦਸਤ ਫਾਇਰਿੰਗ ਚੱਲ ਰਹੀ ਹੈ, ਨੁਕਸਾਨ ਹੋਈ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ। ਜਿਹੜਾ ਬੰਦਾ ਘਰ ਬਣਾਉਂਦਾ ਪੂਰੇ ਜ਼ਿੰਦਗੀ ਬਹਿ ਕੇ, ਜ਼ਿੰਦਗੀ ਕੰਮ ਕਰਕੇ, ਇੱਕ ਦਿਨ ਹੀ ਜਦੋਂ ਘਰ ਦੇ ਉੱਪਰ ਆ ਕੇ ਕੋਈ ਬੰਬ ਗਿਰ ਜਾਏ ਤੇ ਉਹ ਟੁੱਟ ਜਾਵੇ ਉਹ ਘਰ, ਤੇ ਤੁਸੀਂ ਉਹਦੀ ਫੀਲਿੰਗ ਨੂੰ ਸਮਝ ਸਕਦੇ ਹੋ ਉਹਦੀ। ਤੇ ਇਹੀ ਹੈ ਕਿ ਲੋਕੀ ਇਕੱਠੇ ਹੋਣ, ਆਵਾਜ਼ ਉੱਠ ਚੁੱਕਣ ਤੇ ਕਿਸੇ ਤਰੀਕੇ ਬੰਦ ਹੋਵੇ। ਤੁਹਾਡੀ ਜਿਹੜੀ ਸਰਕਾਰ ਹੈ, ਤੁਹਾਡਾ ਜਿਹੜਾ ਰਾਸ਼ਟਰਪਤੀ ਹੈ, ਉਹ ਕਿਹਾ ਜਾਂਦਾ ਕਿ ਕਾਮੇਡੀਅਨ ਸੀ ਪਹਿਲਾਂ, ਉਹ ਕੋਈ ਬਹੁਤਾ ਸੀਜ਼ਨਡ ਕੋਈ ਪੋਲੀਟੀਸ਼ੀਅਨ ਨਹੀਂ ਸੀ, ਪਰ ਸਰਕਾਰ ਜੋ ਕਰ ਰਹੀ ਹੈ ਤੁਹਾਡੀ, ਲੋਕ ਆਮ ਲੋਕ ਸਰਕਾਰ ਤੋਂ ਖੁਸ਼ ਨੇ? ਸਰਕਾਰ ਦੇ ਜੋ ਕੁਝ ਵੀ ਹੁਣ ਤੱਕ ਸਰਕਾਰ ਕਰ ਰਹੀ ਹੈ ਇਹਦੇ ਵਾਸਤੇ? ਬਿਲਕੁਲ ਬਿਲਕੁਲ ਬਿਲਕੁਲ, ਸਰਕਾਰ ਤੋਂ ਸਾਰੇ ਖੁਸ਼ ਹਨ ਜੀ। ਪਹਿਲੇ ਉਹ ਕੀ ਸੀ ਉਹਦੇ, ਹੁਣ ਲੇਕਿਨ ਉਹ ਪ੍ਰੈਜ਼ੀਡੈਂਟ ਹੈ ਤੇ ਅਸੀਂ ਉਹਨੂੰ ਐਜ਼ ਅ ਪ੍ਰੈਜ਼ੀਡੈਂਟ ਸਾਰਾ ਯੂਕਰੇਨ ਉਹਦੀ ਇੱਜ਼ਤ ਕਰਦਾ ਹੈਗਾ। ਕੀ ਸੀ ਬੰਦਾ ਉਹਦੇ ਨਾਲ ਕੋਈ ਨਹੀਂ। ਵਾਲਮੀਕੀ ਜੀ ਵੀ ਤਾਂ ਦੇਖੋ ਨਾ ਤੁਸੀਂ, ਕੀ ਸੀਗੇ ਸੀ ਤੇ ਕੀ ਬਣੇ ਸੀਗੇ ਸੀ। ਇਸ ਕਰਕੇ ਆਦਮੀ ਨੂੰ ਵਕਤ ਜਿਹੜਾ ਹੈਗਾ ਕਿੱਧਰ ਲਿਜਾ ਕੇ ਖੜਾ ਕਰ ਦੇਵੇ। ਚੰਗਾ ਪ੍ਰੈਜ਼ੀਡੈਂਟ ਹੈ, ਕਰਪਟ ਨਹੀਂ ਹੈ, ਦੇਸ਼ ਵਾਸਤੇ ਸੋਚਦਾ ਹੈਗਾ, ਤੇ ਸਾਰਾ ਨੇਸ਼ਨ ਜਿਹੜਾ ਪੂਰੇ ਲੋਕੀ ਨੇ ਜਿਹੜੇ ਆਪਣੇ ਯੂਕਰੇਨ ਦੇ ਸਾਰੇ ਉਹਦੇ ਨਾਲ ਹੈਗੇ ਨੇ ਜੀ। ਔਰ ਪਤਾ ਲੱਗਾ ਕਿ ਉਹ ਆਪ ਵੀ ਸੜਕਾਂ ਤੇ ਤੁਰਿਆ ਫਿਰਦਾ ਹੈ, ਔਰ ਆਪ ਵੀ ਮਤਲਬ ਉਹ ਲੜਨ ਨੂੰ ਤਿਆਰ ਹੈ ਹਥਿਆਰ ਫੜ ਕੇ, ਔਰ ਆਮ ਤੁਹਾਡੇ ਨਾਗਰਿਕ ਵੀ ਹਥਿਆਰ ਫੜ ਕੇ ਲੜਨ ਨੂੰ ਤਿਆਰ ਨੇ। ਬਿਲਕੁਲ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਜੀ। ਸਾਰੇ ਹਰ ਬੰਦਾ, ਹਰ ਲੋਕਲ ਆਦਮੀ ਜਿਹੜਾ ਹੈਗਾ, ਜਿਹੜਾ ਮਤਲਬ ਨਹੀਂ ਆਰਮੀ ਦਾ ਬੰਦਾ, ਉਹ ਵੀ ਲੜਨ ਨੂੰ ਤਿਆਰ ਬੈਠੇ ਹੋਏ ਨੇ। ਠੀਕ ਹੈ ਜੀ। ਜੀ ਤੁਹਾਡਾ ਬਹੁਤ ਬੰਦੇ ਦੇ ਜਜ਼ਬਾ, ਦੇਸ਼ ਭਗਤੀ ਦਾ ਜਜ਼ਬਾ ਹੈਗਾ, ਕੋਈ ਪਿੱਛੇ ਹਟਣ ਨੂੰ ਤਿਆਰ ਕੋਈ ਨਹੀਂ। ਤੁਸੀਂ ਹੁਣ ਕੀ ਇੱਥੇ ਸਿਟੀਜ਼ਨ ਹੋ ਇਸ ਕੰਟਰੀ ਦੇ? ਤੁਹਾਡਾ ਕੀ ਆਪਣਾ ਕੀ ਸਟੇਟਸ ਹੈ?
ਮੇਰਾ ਭਾਈ ਸਾਹਿਬ ਮੈਂ ਇੰਡੀਅਨ ਪਾਸਪੋਰਟ ਹੋਲਡਰ ਹੈਗਾ। ਇੰਡੀਅਨ ਪਾਸਪੋਰਟ ਮੇਰੀ ਹੋਲਡਰ। ਵਾਈਫ ਯੂਕਰੇਨੀਅਨ ਹੈਗੀ। ਠੀਕ ਹੈ, ਤੁਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਇੰਡੀਆ ਇੰਨੇ ਡਰ ਦੇ ਹਾਲਾਤ ਨਾਲ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ। ਤੁਸੀਂ ਇੱਥੇ ਰਹਿਣਾ ਚਾਹੁੰਦੇ? ਨਹੀਂ ਜੀ, ਇਹ ਮੇਰੀ ਕਰਮ ਭੂਮੀ ਹੈ, ਕਰਮ ਭੂਮੀ ਨੂੰ ਛੱਡ ਕੇ ਵਾਪਸ ਨਹੀਂ ਜਾਣਾ ਮੈਂ। ਠੀਕ ਹੈ ਜੀ, ਤਾਂ ਤੁਸੀਂ ਡਟੇ ਹੋਏ ਹੋ ਇੱਥੇ, ਔਰ ਤੁਹਾਡਾ ਕਾਰੋਬਾਰ, ਤੁਹਾਡਾ ਸਭ ਕੁਝ, ਤੁਹਾਡੀਆਂ ਅਗਲੀਆਂ ਜਨਰੇਸ਼ਨ, ਤੁਹਾਡੇ ਬੱਚੇ ਸਭ ਇੱਥੇ ਹੀ ਨੇ? ਨਾਲ ਲੱਗੇ ਨੇ ਮੇਰੇ, ਬਿਲਕੁਲ। ਠੀਕ ਹੈ ਜੀ, ਸਭ ਇੱਥੇ। ਤੁਸੀਂ ਕਿੱਥੋਂ ਪਿੱਛੋਂ ਬਿਲੋਂਗ ਕਰਦੇ ਹੋ ਪੰਜਾਬ ਦੇ ਵਿੱਚ ਕੁਲਦੀਪ ਜੀ, ਇੰਡੀਆ 'ਚ? ਦਿੱਲੀ ਤੋਂ ਆਏ ਤੋਂ। ਠੀਕ ਹੈ ਜੀ, ਤਾਂ ਤੁਸੀਂ ਆ ਕੇ ਦੇਖੋ ਇੱਥੇ ਮਿਹਨਤ ਕਰਕੇ ਸਕ੍ਰੈਚ ਤੋਂ ਆਪਣਾ ਜੀਵਨ ਸ਼ੁਰੂ ਕਰਕੇ, ਔਰ ਅੱਜ ਤੁਸੀਂ ਇੱਥੇ ਪਹੁੰਚੇ ਹੋ, ਔਰ ਤੁਸੀਂ 2-3 ਕਾਰੋਬਾਰ ਐਟ ਏ ਟਾਈਮ ਇਸ ਲਈ ਚਲਾ ਰਹੇ ਹੋ। ਬੰਬੇ ਪੈਲੇਸ ਨਾਂ ਦਾ ਰੈਸਟੋਰੈਂਟ ਚਲਾ ਰਹੇ ਹੋ, ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ, ਕਲੀਨਿਕ ਹੈ। ਤਾਂ ਤੁਸੀਂ ਸਫਲ ਆ ਕੇ, ਇਸ ਕੰਟਰੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਇਸ ਕੰਟਰੀ ਨੇ, ਤਾਂ ਤੁਹਾਡੀ ਵਫਾਦਾਰੀ ਇਸ ਕੰਟਰੀ ਨਾਲ, ਅਸੀਂ ਇਸ ਨੂੰ ਵੀ ਸਲਾਮ ਕਰਦੇ ਹਾਂ। ਬਿਲਕੁਲ ਜੀ, ਆਖਿਰ ਤੱਕ ਕਰਾਂਗੇ ਵਫਾਦਾਰੀ। ਥੈਂਕ ਯੂ ਸਰ, ਆਲ ਦਾ ਬੈਸਟ, ਤੁਹਾਡੀ ਲੰਬੀ ਉਮਰ ਲਈ, ਤੁਹਾਡੀ ਅੱਛੀ ਸਿਹਤ ਲਈ, ਸੇਫਟੀ ਲਈ ਅਸੀਂ ਦੁਆ ਕਰਦੇ ਹਾਂ। ਥੈਂਕ ਯੂ ਸੋ ਮਚ। ਇਹ ਸਨ ਮਿਸਟਰ ਕੁਲਦੀਪ ਕੁਮਾਰ, ਜਿਹੜੇ ਦਿੱਲੀ ਤੋਂ ਜਾ ਕੇ ਵਸੇ 26 ਸਾਲ ਪਹਿਲਾਂ ਯੂਕਰੇਨ ਦੇ ਵਿੱਚ, ਕੀਵ ਸ਼ਹਿਰ ਦੇ ਵਿੱਚ, ਰਾਜਧਾਨੀ 'ਚ। ਔਰ ਉਹ ਕਹਿ ਰਹੇ ਜੀ ਕਿ ਮੇਰੀ ਇਹੀ ਕਰਮ ਭੂਮੀ ਹੈ ਹੁਣ, ਔਰ ਆਖਰੀ ਦਮ ਤੱਕ ਮੈਂ ਵੀ ਇੱਥੇ ਰਵਾਂਗਾ, ਲੜਾਂਗਾ ਤੇ ਇੱਥੇ ਹੀ ਰਹਾਂਗਾ, ਛੱਡ ਕੇ ਨਹੀਂ ਜਾਵਾਂਗਾ। ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ।